सो गुड आफ्टरनून एवरीबॉडी। आज मैं जो पाइथन का टॉपिक ਤੁਹਾਡੇ ਕੋਲ ਲੈ ਕੇ ਆਇਆ दैट इज फाइल ऑपरेशन ऑफ फाइल्स हैंडलिंग ऑफ फाइल्स इन पाइथन। ਕੱਲ ਮੈਂ ਜਦੋਂ ਤੁਹਾਨੂੰ ਫਾਈਲ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਸੀ ਮੈਂ ਤੁਹਾਨੂੰ ਥੋੜੀ ਬਹੁਤ ਫਾਈਲਸ ਦੀ ਇੰਟਰੋਡਕਸ਼ਨ ਦਿੱਤੀ ਸੀਗੀ that what files is why files are being required in python ਦੇ ਵਿੱਚ ਸਾਨੂੰ ਫਾਈਲਸ ਦੀ ਰਿਕੁਆਇਰਮੈਂਟ ਕਿਉਂ ਹੁੰਦੀ ਹੈ and what are the different operations that can be performed on the files in python। ਅੱਜ ਵੀ ਮੈਂ ਉਹੀ ਟੌਪਿਕ ਤੁਹਾਡੇ ਨਾਲ ਕਵਰ ਕਰਨ ਲੱਗਾ ਫਾਈਲ ਦੇ ਕੰਟੈਕਸਟ ਦੇ ਵਿੱਚ that ਐਕਚੁਅਲੀ ਜਦੋਂ ਅਸੀਂ ਫਾਈਲਸ ਦੀ ਗੱਲ ਕਰਦੇ ਹਾਂ ਫਾਈਲ ਸਾਨੂੰ ਰਿਕੁਆਇਰਡ ਕਿਉਂ why these files are required in python। ਮੈਂ ਤੁਹਾਨੂੰ ਇੰਟਰੋਡਕਸ਼ਨ ਦੱਸਦੀ that this is file ਇਸ ਵੇਲੇ ਨਾਲ ਫਾਈਲਸ ਬਣਦੀਆਂ ਲੇਕਿਨ ਸਾਨੂੰ ਕਿਉਂ ਕਿਸ ਪੁਆਇੰਟ ਤੇ ਇਹਨਾਂ ਦੀ ਰਿਕੁਆਇਰਮੈਂਟ ਹੈ ਉਹ ਅਸੀਂ ਅੱਜ ਇਸ ਦੇ ਲੈਕਚਰ ਚ ਡਿਸਕਸ ਕਰਾਂਗੇ। ਫਾਈਲ ਕੀ ਹੈ ਅਸੀਂ ਇੰਟਰੋਡਕਸ਼ਨ ਕਰ ਚੁੱਕੇ ਹਾਂ। फाइल के कंटेक्स्ट ਵਿੱਚ डिफरेंट ऑपरेशंस परफॉर्म होने ओपनिंग ए फाइल रीडिंग ए फाइल क्लोजिंग ए फाइल ये ਅਸੀਂ पढ़ चुके हैं। क्वेश्चन है आंदा ਸਾਨੂੰ फाइल हैंडलिंग रिक्वायर्ड क्यों PHP ਕੀਤੀ ਹੋਏਗੀ ਜਾਂ ਤੁਸੀਂ डिफरेंट प्रोग्रामिंग लैंग्वेजेस जावा भी ਕੀਤੀ ਹੋਏਗੀ। हर प्रोग्रामिंग लैंग्वेज ਦੇ ਵਿੱਚ ਇੱਕ फ्रंट एंड ਹੁੰਦਾ और एक बैक एंड ਹੁੰਦਾ। मैं ਤੁਹਾਨੂੰ फ्रंट एंड बैक एंड ਦਾ शायद ਤੁਸੀਂ ਕਨਸੈਪਟ ਅੱਗੇ ਵੀ ਪੜਿਆ ਹੋਵੇਗਾ मैं थोड़ा ਜਿਹਾ फ्रंट एंड बैक एंड ਦਾ ਕਨਸੈਪਟ ਤੁਹਾਡੇ ਨਾਲ ਡਿਸਕਸ ਕਰ ਲੈਣਾ। फ्रंट एंड की ਹੁੰਦਾ फ्रंट एंड ਉਹ ਹੁੰਦਾ ਜਿਹੜਾ ਅਸੀਂ ਫਾਰਮ ਬਣਾਉਂਦੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੈਕਸਿਮਮ ਪ੍ਰੋਗਰਾਮਿੰਗ ਲੈਂਗੁਏजेस GUI ਬੇਸਡ ਹੈ ਗ੍ਰਾਫਿਕਲ ਬੇਸਡ ਹੈ। ਜਿੰਨੀਆਂ ਗ੍ਰਾਫਿਕਲ ਬੇਸਡ ਲੈਂਗੁਏजेस ਹੈ ਉਹਨਾਂ ਦੇ ਵਿੱਚ ਯੂਜ਼ਿੰਗ ਟੂਲਸ ਸਾਡੇ ਕੋਲ ਕਈ ਡਿਫਰੈਂਟ ਟਾਈਪ ਦੇ ਟੂਲਸ ਅਵੇਲੇਬਲ ਹੁੰਦੇ ਆ ਉਹ ਟੂਲਸ ਦੀ ਹੈਲਪ ਨਾਲ ਅਸੀਂ ਫਾਰਮਸ ਬਣਾਉਂਦੇ ਆ और फॉर्म डिजाइन करके ਅਸੀਂ उस पर्टिकुलर फॉर्म ਦੀ कोडिंग करते एक फॉर्म बनना दो फॉर्म बनना या मल्टीपल फॉर्म्स बनना जरूरी नहीं है ਸਾਡੀ ਐਪਲੀਕੇਸ਼ਨ ਦੇ ਵਿੱਚ ਇੱਕ ਹੀ ਫਾਰਮ ਹੋਏਗਾ ਉਸ ਐਪਲੀਕੇਸ਼ਨ ਦੇ ਵਿੱਚ ਇੱਕ ਪਾਰਟਿਕੂਲਰ ਫਾਰਮ ਨਾਲ ਦੂਸਰਾ ਫਾਰਮ ਲਿੰਕ ਹੋ ਸਕਦਾ ਹੈ ਦੂਸਰੇ ਫਾਰਮ ਦੇ ਨਾਲ ਤੀਸਰਾ ਫਾਰਮ ਲਿੰਕ ਲਾਈਕਵਾਈਜ਼ ਤੁਸੀਂ ਵੈਬਸਾਈਟਸ ਤੇ ਬਰਾਊਜ਼ਿੰਗ ਕਰਦੇ ਹੋ ਬਰਾਊਜ਼ਿੰਗ ਦੇ ਵਿੱਚ ਹਾਈਪਰਲਿੰਕਸ ਬਣੇ ਹੁੰਦੇ ਆ ਇੱਕ ਲਿੰਕ ਤੇ ਕਲਿੱਕ ਕਰਦੇ ਆ ਤਾਂ ਤੁਸੀਂ ਨੈਕਸਟ ਵੈਬ ਪੇਜ ਖੁੱਲ ਜਾਂਦਾ ਹੈ दूसरे लिंक पे क्लिक कर दियो नेक्स्ट वेब पेज सॉफ्टवेयर डेवलपमेंट ਦੇ ਵਿੱਚ ਵੀ ਇਹੀ ਕਨਸੈਪਟ ਹੈ that ਤੁਸੀਂ ਫਾਰਮ ਬਣਾਉਂਦੇ ਹੋ ਉਸ ਫਾਰਮ ਦੇ ਨਾਲ ਇੱਕ ਪਾਰਟਿਕੂਲਰ ਫਾਰਮ ਨੂੰ ਕਲਿੱਕ ਕਰਕੇ ਦੂਸਰਾ ਫਾਰਮ ਔਰ ਇਹ ਵੀ ਪੋਸੀਬਲ ਹੈ ਇੱਕ ਫਾਰਮ ਦੇ ਨਾਲ ਪੰਜ ਅੱਗੇ ਫਾਰਮਸ ਕਨੈਕਟਡ ਹੋ ਮੇ ਬੀ ਮੇ ਨੋਟ ਬੀ ਇਹ ਸਭ ਕੁਝ ਤੁਹਾਡੀ ਰਿਕੁਆਇਰਮੈਂਟ ਤੇ ਡਿਪੈਂਡ ਹੈ ਲੇਕਿਨ ਫਾਰਮ ਤਾਂ ਤੁਹਾਡਾ ਡਾਟਾ ਲੈਂਦਾ डाटा जाके स्टोर कितने होता है that data is stored in the backend और backend की है backend ਅਸੀਂ database में like Oracle is a database MySQL is a database SQL Server is a database MS Access is a database डाटा जाके उस database ਦੇ ਵਿੱਚ स्टोर ਹੁੰਦਾ बड़ी कॉमन एग्जांपल ਜਿਹੜੀ ਮੈਂ ਹਮੇਸ਼ਾ ਤੁਹਾਡੇ ਨਾਲ ਲੈਣਾ ਹੁੰਦਾ ਤੁਸੀਂ ਆਪਣਾ ATM ਕਾਰਡ ਤੁਹਾਡੇ ਕੋਲ ਇੱਕ ATM ਕਾਰਡ ਹੁੰਦਾ ਹੈ ਉਸ ਕਾਰਡ ਨੂੰ ਤੁਸੀਂ ATM ਮਸ਼ੀਨ 'ਚ ਸਵਾਈਪ ਕਰਨ ਤੋਂ ਬਾਅਦ ਉਹ ਤੁਹਾਨੂੰ ਰੈਕੋਗਨਾਈਜ਼ ਕਰਦੀ ਹੈ ਮਸ਼ੀਨ ਔਰ ਮਸ਼ੀਨ ਤੁਹਾਨੂੰ ਪਿਨ ਨੰਬਰ ਪੁੱਛਦੀ ਹੈ ਤੁਸੀਂ ਪਿਨ ਨੰਬਰ ਮੰਨ ਲਓ ਤੁਹਾਡਾ ਪਿਨ ਨੰਬਰ ਹੈ 1234 ਲੈਟਸ ਸਪੋਜ਼ ਤੁਹਾਡਾ ਪਿਨ ਨੰਬਰ 1234 ਹੈ ਤੁਸੀਂ 1234 ਪਿਨ ਐਂਟਰ ਕਰਦੇ ਹੋ ਤੇ ਚਾਹੇ ਤੁਸੀਂ ਹੁਸ਼ਿਆਰਪੁਰ ਦੇ ATM ਤੇ ਐਕਸੈਸ ਕਰੋ ਚਾਹੇ ਤੁਸੀਂ ਅੰਮ੍ਰਿਤਸਰ ਦੇ ATM ਤੇ ਐਕਸੈਸ ਕਰੋ ਚਾਹੇ ਤੁਸੀਂ ਮੁੰਬਈ ਦੇ ATM ਤੇ ਐਕਸੈਸ ਕਰੋ ਚਾਹੇ ਤੁਸੀਂ ਕਲਕੱਤਾ ਦੇ ATM ਤੇ ਐਕਸੈਸ ਕਰੋ ਹਰ ਜਗ੍ਹਾ ਤੇ ਤੁਸੀਂ ਸੇਮ ਪਿਨ ਹੀ ਦਿੰਦੇ ਇਟਸ ਨਾਟ ਲਾਈਕ ਦੈਟ ਤੁਹਾਡਾ ਪਿਨ ਚੇਂਜ ਹੁੰਦਾ ਕਿਉਂਕਿ ਉਹ ਜਿਹੜਾ ਪਿਨ ਹੈ ਜਿਹੜਾ ਤੁਸੀਂ ਆਪ ਹੀ ਬਣਾਇਆ ਹੋਇਆ ਆਪ ਹੀ ਤੁਸੀਂ ਸੈੱਟ ਕੀਤਾ ਹੋਇਆ ਉਹ ਪਿਨ ਇੱਕ ਸੈਂਟਰਲ ਕੰਪਿਊਟਰ उस पर्टिकुलर बैंक का कोई ना कोई एक सेंट्रल सर्वर कंप्यूटर होगा उससे डाटाबेस ਦੇ ਵਿੱਚ ਸਟੋਰਡ ਹੈ ਉਹ ਪਿਨ ਉਸ ਬੈਂਕ ਦੇ डाटाबेस ਤੇ सेंट्रल कंप्यूटर ਦੇ डाटाबेस ਤੇ ਸਟੋਰ ਹੈ और वो कोई भी डाटाबेस हो सकता है
यूजर ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਉਹ MSSS ਹੈ ਜਾਂ Oracle ਹੈ। ਅਸੀਂ ਜਦੋਂ ਤੇ ਬੈਂਕ ਤੇ ਜਾਂਦੇ ਹਾਂ, ਅਸੀਂ ATM ਯੂਜ਼ ਕਰਦੇ ਹਾਂ, ਸਾਨੂੰ ਇਸ ਚੀਜ਼ ਨਾਲ ਥੋੜੀ ਲੈਣਾ ਦੇਣਾ ਵੀ ਉਹਨਾਂ ਨੇ ਕ੍ਰੀਏਟ ਕਮਾਂਡ ਲਗਾਈ ਹੈ ਕਿ ਨਹੀਂ ਲਗਾਈ, ਉਹਨਾਂ ਨੇ MSSS ਯੂਜ਼ ਕੀਤਾ ਹੈ ਜਾਂ MySQL ਯੂਜ਼ ਕੀਤਾ, ਵੀ ਆਰ ਨਾਟ ਬॉदर्ड। ਸਾਨੂੰ ਅਸੀਂ ਇਸ ਚੀਜ਼ ਨਾਲ ਬॉदर्ड ਹੈ, ਅਸੀਂ ਕਾਰਡ ਸਵਾਈਪ ਕਰੀਏ, ਸਾਡੇ ਸਾਹਮਣੇ ਡਿਫਰੈਂਟ ਸਕਰੀਨਸ ਬਣ ਕੇ ਆਉਂਦੀਆਂ, ਅਸੀਂ ਪਿਨ ਐਂਟਰ ਕਰੀਏ, ਵਿਡਰੋਲ ਤੇ ਕਲਿੱਕ ਕਰੀਏ, ਅਮਾਉਂਟ ਪਾਈਏ ਔਰ ਪੈਸਾ ਸਾਡੇ ਕੋਲ ਵਿਡਰੋ ਹੋ। ਜਦੋਂ ਵੈਲਕਮ ਸਕਰੀਨ ਆਉਂਦੀ ਹੈ, ਸਕਰੀਨ ਤੇ ਡਿਫਰੈਂਟ ਆਪਸ਼ਨਸ ਆਉਂਦੀਆਂ, ਉਹ ਸਾਰੇ ਫਰੰਟ ਐਂਡ, ਜਦਕਿ ਬੈਕ ਐਂਡ ਸਾਨੂੰ ਦਿਖਦਾ ਨਹੀਂ ਹੈ। ਬੈਕ ਐਂਡ ਦੇ ਵਿੱਚ ਡਾਟਾ ਸਟੋਰ ਹੁੰਦਾ ਹੈ, ਲਾਈਕ ਤੁਹਾਡਾ। ਹੁਣ ਫਾਈਲ ਹੈਂਡਲਿੰਗ ਦਾ ਇਸ ਚੀਜ਼ ਨਾਲ ਕੀ ਲੈਣਾ ਦੇਣਾ ਹੈ? ਦਿਸ ਆਲ ਰਿਲੇਟਡ ਵਿਦ ਫਾਈਲ। ਅਲਟੀਮੇਟਲੀ ਕੀ ਹੈ? ਅਲਟੀਮੇਟਲੀ ਕੀ ਹੈ? ਅਸੀਂ ਇੱਕ ਇਨਪੁਟ ਦਿੰਦੇ ਹਾਂ, ਵੀ ਗਿਵ ਅ ਕਾਈਂਡ ਆਫ ਇਨਪੁਟ, ਔਰ ਉਸ ਡਾਟਾ ਦੇ ਨਾਲ ਉਹ ਇਨਪੁਟ ਵੈਰੀਫਾਈ ਹੁੰਦੀ ਹੈ। ਅਗਰ ਉਹ ਚੀਜ਼ ਕਰੈਕਟ ਹੈ ਤਾਂ ਹੀ ਸਾਡਾ ATM ਪ੍ਰੋਸੀਡ ਕਰਦਾ ਹੈ ਔਰ ਸਾਨੂੰ ਪੇਮੈਂਟ ਵਿਡਰੋ। ਨਾਓ ਕਮਿੰਗ ਟੂ ਦਿਸ ਫਾਈਲ ਹੈਂਡਲਿੰਗ, ਪਾਈਥਨ ਦੀ ਇਨਪੁਟ ਦੇ ਵਿੱਚ ਦੋ ਚੀਜ਼ਾਂ ਅਵੇਲੇਬਲ ਹੈ, ਇੱਕ ਤਾਂ ਆਰਗੂਮੈਂਟਸ ਅਵੇਲੇਬਲ ਹੈ, ਇੱਕ ਡਾਟਾ ਅਵੇਲੇਬਲ। ਫਾਈਲ ਹੈਂਡਲਿੰਗ ਦੇ ਨਾਲ ਅਸੀਂ ਆਰਗੂਮੈਂਟਸ ਐਂਡ ਡਾਟਾ ਇੱਕੋ ਫਾਈਲ 'ਚ ਸਟੋਰ ਕਰਦੇ ਹਾਂ। ਤਾਂ ਮੇਰਾ ਜੋ ਇੰਪੋਰਟੈਂਟ ਪੁਆਇੰਟ ਮੈਂ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਹੈ, ਪਾਈਥਨ ਦੀ ਇਨਪੁਟ ਹੈ, ਇਹਦੇ ਵਿੱਚ ਇਨਪੁਟ ਫੰਕਸ਼ਨਸ ਵੀ ਹੋ ਸਕਦੇ, ਡਿਫਰੈਂਟ ਕਾਈਂਡ ਆਫ ਆਰਗੂਮੈਂਟਸ ਵੀ ਹੋ ਸਕਦੇ ਹੈ। that ਉਹ ਇੱਕ ਇਨਪੁਟ ਲੈ ਰਿਹਾ ਹੈ, 2 ਇਨਪੁਟ ਲੈ ਰਿਹਾ ਹੈ, 4 ਇਨਪੁਟ ਲੈ ਰਿਹਾ ਹੈ। ਇਟ ਆਲ ਡਿਪੈਂਡਸ ਅਪਨ ਦਾ ਕਾਈਂਡ ਆਫ ਫੰਕਸ਼ਨ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ। ਇਨਪੁਟ ਦੇ ਵਿੱਚ ਕਿੰਨੀ ਇਨਪੁਟ ਉਹ ਅਸੈਪਟ ਕਰ ਰਿਹਾ, ਔਰ ਉਸ ਤੋਂ ਬਾਅਦ ਉਹ ਜਿਹੜਾ ਇਨਪੁਟ ਤੁਸੀਂ ਦੋਗੇ, ਉਹ ਡਾਟਾ ਜਾ ਕੇ ਸਟੋਰ ਹੋਏਗਾ। ਉਹ ਡਾਟਾ ਕਿੱਥੇ ਸਟੋਰ ਹੋਏਗਾ? ਉਹ ਡਾਟਾ ਇੱਕ ਫਾਈਲ ਦੇ ਵਿੱਚ ਸਟੋਰ। ਸੋ ਪਾਈਥਨ ਦੇ ਵਿੱਚ ਜਿਹੜੀਆਂ ਫਾਈਲਸ ਹੈ, it contains arguments also, it contains data also, as clear from this particular file contains both the argument as well as data। and ਇਹ ਸਿਰਫ ਪਾਈਥਨ ਦੇ ਕੰਟੈਕਸਟ ਦੇ ਵਿੱਚ ਨਹੀਂ ਹੈ, ਹਰ ਪ੍ਰੋਗਰਾਮਿੰਗ ਲੈਂਗੁਏਜ ਜਿਹਦੇ ਵਿੱਚ ਫਾਈਲਸ ਦਾ ਕਨਸੈਪਟ ਹੈ, ਉਸ ਕਨਸੈਪਟ ਦੇ ਵਿੱਚ ਆਰਗੂਮੈਂਟਸ ਔਰ ਡਾਟਾ ਸਾਰਾ ਦਾ ਸਾਰਾ ਤੁਹਾਡਾ ਫਾਈਲ ਦੇ ਵਿੱਚ ਸਟੋਰ ਹੁੰਦਾ ਹੈ। ਹੁਣ ਕਿੰਨੀਆਂ ਟਾਈਪ ਦੇ ਡਿਫਰੈਂਟ ਫਾਈਲਸ ਹੈ, ਮੈਂ ਕੱਲ ਵੀ ਤੁਹਾਡੇ ਨਾਲ ਫਾਈਲ ਦੇ ਕੰਟੈਕਸਟ 'ਚ ਡਿਸਕਸ ਕਰ ਰਿਹਾ ਸੀਗਾ, ਉਹੀ ਡਿਸਕਸ਼ਨ ਦੇ ਹੁਣ ਮੈਂ ਕੁਝ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਕਰਕੇ ਤੁਹਾਨੂੰ ਦਿਖਾ ਰਿਹਾ ਹਾਂ। ਕਿੰਨੀਆਂ ਟਾਈਪ ਦੀਆਂ ਫਾਈਲ ਸਾਡੇ ਕੋਲ ਪਾਈਥਨ ਦੇ ਵਿੱਚ ਫਾਈਲ ਦੀ ਰਿਕੁਆਇਰਮੈਂਟ ਹੈ, ਔਰ ਕਿਉਂ ਰਿਕੁਆਇਰਮੈਂਟ, ਵਾਈ these files are being required in Python। ਅਗਰ ਮੈਂ ਵਿੰਡੋਜ਼ ਦੀ ਗੱਲ ਕਰਾਂ, ਵਿੰਡੋਜ਼ ਆਪਰੇਟਿੰਗ ਸਿਸਟਮ ਅਸੀਂ ਯੂਜ਼ ਕਰਦੇ ਹਾਂ, ਇਹਦੇ ਵਿੱਚ ਇਮੇਜ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ, ਇਸ ਦੇ ਵਿੱਚ ਟੈਕਸਟ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ, ਆਡੀਓ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ, ਔਰ ਐਕਸੀਕਿਊਟੇਬਲ ਫਾਈਲ ਦੀ ਰਿਕੁਆਇਰਮੈਂਟ। ਤੁਹਾਨੂੰ ਇਮੇਜ ਦਾ ਪਤਾ ਲੱਗ ਗਿਆ, ਤੁਸੀਂ ਆਪਣੇ ਮੋਬਾਈਲ ਫੋਨ 'ਚ ਇਮੇजेस ਯੂਜ਼ ਕਰਦੇ ਹੋ, WhatsApp ਤੇ ਤੁਸੀਂ ਟੈਕਸਟ ਵੀ ਕਰਦੇ ਰਹਿੰਦੇ ਹੋ, WhatsApp ਤੇ ਤੁਸੀਂ ਸੌਂਗ ਵੀ ਭੇਜਦੇ ਹੋ ਤੇ ਆਪਣੀ ਵੌਇਸ ਵੀ ਰਿਕਾਰਡ ਕਰਕੇ ਭੇਜ ਦਿੰਦੇ ਹੋ। ਐਕਸੀਕਿਊਟੇਬਲ ਦੇ ਵਿੱਚ ਅਸੀਂ ਉਹਦੀ ਗੱਲ ਕਰਦੇ ਹਾਂ, ਡਿਫਰੈਂਟ ਐਪਸ। WhatsApp ਇੱਕ ਐਕਸੀਕਿਊਟੇਬਲ ਹੈ, ਜਿੰਨੀਆਂ ਐਪਲੀਕੇਸ਼ਨਸ ਹੈ, ਡਿਫਰੈਂਟ ਕਾਈਂਡ ਆਫ ਐਪਲੀਕੇਸ਼ਨ। ਤੁਸੀਂ ਕੋਈ ਵੀ Facebook ਡਾਊਨਲੋਡ ਕਰ ਰਹੇ ਹੋ, ਮੈਂ ਤੁਹਾਨੂੰ ਇਸ ਮੋਬਾਈਲ ਦੇ ਕੰਟੈਕਟ ਦੇ ਵਿੱਚ ਗੱਲ ਕਰ ਰਿਹਾ, ਜਿੰਨੀਆਂ ਕਾਈਂਡ ਆਫ ਐਪਲੀਕੇਸ਼ਨਸ ਤੁਹਾਡੇ ਮੋਬਾਈਲ ਦੇ ਵਿੱਚ ਯੂਜ਼ ਹੁੰਦੀਆਂ, ਦੇ ਆਰ ਬੀਇੰਗ ਆਲ ਇਨ ਪਾਰਟ ਆਫ। ਨਾਓ ਕਮਿੰਗ ਟੂ ਦਿਸ ਪਾਈਥਨ ਦੇ ਵਿੱਚ ਸਾਡੇ ਕੋਲ ਥੋੜੀਆਂ ਡਿਫਰੈਂਟ ਕਾਈਂਡ ਦੇ ਫਾਈਲਸ ਰਿਕੁਆਇਰਮੈਂਟ ਹੁੰਦੀਆਂ, ਇੱਕ ਤਾਂ ਟੈਕਸਟ ਫਾਈਲਸ ਰਿਕੁਆਇਰ ਹੁੰਦੀਆਂ, ਇੱਕ ਸਾਡੇ ਕੋਲ ਬਾਈਨਰੀ ਫਾਈਲਸ। ਦੋ ਕਾਈਂਡ ਦੀਆਂ ਫਾਈਲ ਸਾਡੇ ਕੋਲ ਪਾਈਥਨ ਦੇ ਵਿੱਚ ਰਿਕੁਆਇਰਡ ਹੈ, ਇੱਕ ਤਾਂ ਟੈਕਸਟ ਫਾਈਲਸ, ਦੂਸਰੀਆਂ ਬਾਈਨਰੀ ਫਾਈਲਸ। ਔਰ ਬਾਈਨਰੀ ਫਾਈਲ ਅਸੀਂ ਆਮ ਤੌਰ ਤੇ ਇਮੇਜ ਪ੍ਰੋਸੈਸਿੰਗ ਲਈ ਯੂਜ਼ ਕਰਦੇ ਹਾਂ, ਤੁਹਾਨੂੰ ਅੱਗੇ ਐਕਸਪਲੇਨ ਕਰਾਂਗੇ। ਨਾਓ ਫਾਈਲ ਹੈਂਡਲਿੰਗ ਦੇ ਵਿੱਚ ਅਸੀਂ ਕਿਹੜੇ ਡਿਫਰੈਂਟ ਆਪਰੇਸ਼ਨ, ਮੈਂ ਕੱਲ ਤੁਹਾਡੇ ਨਾਲ ਜਿੱਦਾਂ ਤੁਹਾਡਾ ਓਪਨ ਆਪਰੇਸ਼ਨ ਦੀ ਗੱਲ ਕਰ ਰਿਹਾ ਸੀ, ਫਾਈਲ ਹੈਂਡਲਿੰਗ ਦੇ ਵਿੱਚ ਅਸੀਂ ਡਿਫਰੈਂਟ ਕਾਈਂਡ ਦੇ ਆਪਰੇਸ਼ਨ ਪਰਫਾਰਮ ਕਰਨੇ ਆ।
ਔਰ ਉਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਆਪਰੇਸ਼ਨ ਹੁੰਦਾ ਓਪਨ ਆਪਰੇਸ਼ਨ ਅਸੀਂ ਕੱਲ ਡਿਸਕਸ ਕੀਤਾ ਸੀ। ਲੇਕਿਨ ਓਵਰਆਲ ਅਸੀਂ ਫਾਈਲ ਹੈਂਡਲਿੰਗ ਦੇ ਕੰਟੈਕਟ ਦੇ ਵਿੱਚ 4 ਆਪਰੇਸ਼ਨਸ ਪਰਫਾਰਮ ਕਰਨੇ। They are being called as CRUD. In context of file handling, these 4 operations are performed. First one is creating a file. File है, file ਨੂੰ ਸਭ ਤੋਂ ਪਹਿਲਾਂ ਤਾਂ create ਹੀ ਕਰਨਾ ਪਏਗਾ। ਅਸੀਂ open a file ਕਰਦੇ ਹਾਂ, open ਕਰਾਂਗੇ ਤਾਂ ਜੇ file exist ਕਰੇਗੀ। ਮੈਂ ਹੁਣ ਕਹਾਂ let's suppose student ਤੁਸੀਂ ਏਦਾਂ ਕਰੋ, ਇੱਕ ਐਡਰੈਸ ਹੈ 212 ਹਾਊਸ ਨੰਬਰ 212 ABC ਨਗਰ ਵਿੱਚ ਜਾਓ। ਅਗਰ ABC ਨਗਰ ਹੀ ਐਗਜ਼ਿਸਟ ਨਹੀਂ ਕਰਦਾ ਤਾਂ 212 ਨੰਬਰ ਘਰ ਵੀ ਐਗਜ਼ਿਸਟ ਨਹੀਂ ਕਰਦਾ, ਕਿੱਥੇ ਜਾਓ? ਸਭ ਤੋਂ ਪਹਿਲਾਂ ਕੋਈ ਫਾਈਲ ਤਾਂ ਹੀ ਓਪਨ ਹੋਏਗੀ ਅਗਰ ਉਹ ਕ੍ਰੀਏਟ ਹੋਏਗੀ, ਅਗਰ ਉਹ ਅਵੇਲੇਬਲ ਹੋਏਗੀ, ਅਗਰ ਉਹ ਫਾਈਲ ਐਗਜ਼ਿਸਟ ਕਰਦੀ। ਸੋ ਜਿਹੜੀ 4 ਬੇਸਿਕ ਆਪਰੇਸ਼ਨਸ ਅਸੀਂ ਫਾਈਲ ਹੈਂਡਲਿੰਗ ਦੇ ਕੰਟੈਕਟ ਦੇ ਵਿੱਚ ਪਰਫਾਰਮ ਕਰਨੀ ਹੈ। ਸਭ ਤੋਂ ਪਹਿਲਾਂ ਕ੍ਰੀਏਟਿੰਗ ਏ ਫਾਈਲ। ਇੱਕ ਵਾਰੀ ਫਾਈਲ ਕ੍ਰੀਏਟ ਹੋ ਗਈ, ਉਸ ਤੋਂ ਬਾਅਦ ਉਸ ਫਾਈਲ ਨੂੰ ਰੀਡ ਕਰਨਾ, ਉਹਦੇ ਕੰਟੈਂਟਸ ਨੂੰ ਰੀਡ ਕਰਨਾ। तीसरा ऑपरेशन है अपडेशन, मेकिंग चेंजेस। अपेंड ऑपरेशन की गल कर रहे हैं। अपेंड ऑपरेशन का मतलब ही होता है अपडेटिंग, मेकिंग चेंजेस। और लास्ट ਦੇ ਵਿੱਚ ਜਿਹੜਾ ਇੱਕ ਇੰਪੋਰਟੈਂਟ ਆਪਰੇਸ਼ਨ ਹੈ that is delete। ਜਦੋਂ ਸਾਨੂੰ ਫਾਈਲ ਰਿਕੁਆਇਰਡ ਨਹੀਂ ਹੈ, ਅਗਰ ਸਾਨੂੰ ਪ੍ਰੋਗਰਾਮ ਸਾਡੇ ਆਪਣੇ ਪਾਈਥਨ ਜੋ ਪਾਰਟਿਕੂਲਰ ਫਾਈਲ ਰਿਕੁਆਇਰਡ ਨਹੀਂ ਹੈ, then उस फाइल ਨੂੰ डिलीट करना, अनवांटेड फाइल ਨੂੰ डिलीट करना so as to release the resources। so फाइल हैंडलिंग ਦੇ ਕੰਟੈਕਸਟ ਦੇ ਵਿੱਚ ਸਾਡੇ ਕੋਲ 4 ਆਪਸ਼ਨਸ ਅਵੇਲੇਬਲ ਹਨ, 4 ਆਪਰੇਸ਼ਨਸ ਅਵੇਲੇਬਲ। ਸਭ ਤੋਂ ਪਹਿਲਾਂ ਫਾਈਲ ਨੂੰ ਕ੍ਰੀਏਟ ਕਰਨਾ, ਉਸ ਤੋਂ ਬਾਅਦ ਜਿਹੜੀ ਵੀ ਕ੍ਰੀਏਟਡ ਫਾਈਲ ਹੈ ਉਸਨੂੰ ਓਪਨ ਕਰਕੇ ਉਸਨੂੰ ਰੀਡ ਕਰਨਾ। और अगर तुसी फाइल के कंटेक्स्ट ਦੇ ਵਿੱਚ कोई भी चेंज करना चाहते हो, कोई भी मेजर और माइनर अपडेशंस करना चाहते हो, then उसको अपेंड करना। और लास्ट ਦੇ ਵਿੱਚ ਜਦੋਂ ਵੀ ਤੁਹਾਨੂੰ ਫਾਈਲ ਕੋਈ ਕ੍ਰੀਏਟ ਕੀਤੀ ਹੈ, that file is no longer required, then you want to delete that particular file, ਤਾਂ ਉਸਨੂੰ delete ਕਰਨਾ। और ਇਹ ਚਾਰੋਂ ਆਪਰੇਸ਼ਨਸ ਨੂੰ ਅਸੀਂ ਕਹਿੰਦੇ ਹਾਂ CRUD, ਕ੍ਰੀਏਟ, ਰੀਡ, अपडेट एंड ਇਹ 4 ਆਪਰੇਸ਼ਨ ਹੀ ਫਾਈਲ ਹੈਂਡਲਿੰਗ ਦੇ ਕੰਟੈਕਸਟ ਦੇ ਵਿੱਚ ਹੈ, ਜਿਹੜੇ ਅਸੀਂ ਇਸ ਪਾਰਟਿਕੂਲਰ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਓਪਨਿੰਗ ਏ ਫਾਈਲ, ਓਪਨਿੰਗ ਏ ਫਾਈਲ, ਮੈਂ ਕੱਲ ਤੁਹਾਡੇ ਨਾਲ ਫਾਈਲ ਓਪਨਿੰਗ ਡਿਸਕਸ ਕੀਤੀ ਸੀ। ਲੁੱਕ ਐਟ ਦਿਸ one. Python provides an open function that accepts 2 arguments, एक था फाइल नेम, एक था असेसमेंट। अगर ओपन फंक्शन ਅਸੀਂ ਪਾਈਥਨ ਦੇ ਕੰਟੈਕਸਟ ਵਿੱਚ ਯੂਜ਼ ਕਰਨਾ ਹੈ, ਸਭ ਤੋਂ ਪਹਿਲਾਂ ਕਿਸ ਫਾਈਲ ਨੂੰ ਓਪਨ ਕਰਨਾ, ਫਾਈਲ ਦਾ ਨਾਮ। ਐਂਡ ਦਾ ਸੈਕੰਡ ਪੁਆਇੰਟ ਇਜ਼ ਉਸ ਫਾਈਲ ਨੇ ਕਿਸ ਮੋਡ ਦੇ ਵਿੱਚ ਓਪਨ ਕਰਨਾ ਹੈ, that is being called as access mode। ਤੇ ਉਸ ਫਾਈਲ ਨੂੰ ਤੁਸੀਂ ਰੀਡ ਮੋਡ 'ਚ ਓਪਨ ਕਰਨਾ ਚਾਹੁੰਦੇ ਹੋ, ਅਪੈਂਡ ਮੋਡ 'ਚ ਓਪਨ ਕਰਨਾ ਚਾਹੁੰਦੇ ਹੋ, किस पर्टिकुलर मोड विच ओपन करना चाहते हो, वो चीज असी स्पेसिफाई। यही चीज मैं तुहानू डिस्कस कर रहे हैं। जो किसी फाइल नू ओपन करना है, फर्स्ट थिंग जिहड़ी असी मेंशन करनी है वो फाइल का नाम, और दूसरी चीज जिहड़ी मेंशन करनी है दैट फाइल किस मोड दे विच ओपन होए, मोड्स ऑफ ओपनिंग ए फाइल। और ओपनिंग ਲਈ ਤਾਂ ਹੀ ओपन कर सकते हैं अगर फाइल क्रिएटेड है। अगर फाइल क्रिएटेड नहीं है तो एरर जनरेट करेगा। अगर ਅਸੀਂ ਉਹਨੂੰ ओपन करने की कोशिश करांगे, अगर फाइल ही अवेलेबल नहीं है then it will generate an error। so ओपनिंग फाइल का प्रोसीजर यही है, क्रिएट करो फाइल, ओपन करो, उस फाइल के ऊपर जो भी पर्टिकुलर ऑपरेशंस परफॉर्म करने हैं वो ऑपरेशन परफॉर्म करो, और लास्ट ਦੇ ਵਿੱਚ उस पर्टिकुलर फाइल ਨੂੰ
यूज कर। और ओपनिंग ली दो रिक्वायरमेंट्स है, फर्स्ट इज योर फाइल नेम, सेकंड इज योर मोड। किस मोड ਦੇ ਵਿੱਚ ਅਸੀਂ ਫਾਈਲ ਨੂੰ ਓਪਨ ਅਪ ਕਰਨਾ ਹੈ। एंड कमिंग टू दिस पॉइंट, सिंटेक्स की है ओपन फाइल नेम मोड। और ਕਿਹੜੀਆਂ डिफरेंट मोड्स ਅਸੀਂ मैं कल भी डिस्कस ਕੀਤੀਆਂ, ਉਹੀ मोड्स मैं ਤੁਹਾਡੇ ਨਾਲ डिस्कस ਕਰਨ ਲੱਗਾ। फाइल ਦਾ ਨਾਮ ਕੁਝ ਵੀ ਰੱਖ ਸਕਦੇ ਹੋ। मोड्स ਕਿਹੜੀਆਂ ਆ डिफरेंट मोड्स है, रीड मोड, अपेंड मोड, राइट मोड, क्रिएट मोड। अगर तुसी कुछ नहीं लिखोगे, सिर्फ ओपन तो बाद सिर्फ फाइल का नाम लिखोगे, यह भी पॉसिबल है। तुसी सिर्फ फाइल नेम लिखो, मोड लिखो ही ना। अगर नहीं लिखोगे तो वो फाइल रीड मोड की ही ओपन हुई। इफ नथिंग इज मेंशन, by default Python will open the file in read mode। इस चीज ਨੂੰ नोट कर लेना क्योंकि कई बार ऑब्जेक्टिव क्वेश्चन बन जाता है। Python will open the file in read mode if no mode is mentioned। read mode is default value, opens a file for reading। और अगर फाइल नहीं एग्जिस्ट करती एक एरर मैसेज जनरेट। सेकंड मोड ਜਿਹੜਾ ਸਾਡਾ ਆ ਗਿਆ that is append mode। append mode means update, making changes to the file। अगर ਤੁਸੀਂ फाइल से changes करने चाहते हो then append mode की रिक्वायरमेंट होती है। लेकिन ये रीड मोड तो थोड़ा डिफरेंट है। रीड मोड तो इस कंटेक्स्ट से कुछ डिफरेंट है। रीड मोड एरर दूंगा एक फाइल डजंट एग्जिस्ट। लेकिन अपेंड मोड की करूंगा अगर फाइल एग्जिस्ट नहीं करती उस फाइल ਨੂੰ क्रिएट कर। there's a difference between the read mode and the append mode। रीड मोड अगर फाइल एग्जिस्ट नहीं करती तो एरर जनरेट करेगा। मान लो मैं कोई फाइल abc.txt नाम की फाइल ओपन अप करना चाहता हूं और मेरे कंप्यूटर abc.txt नाम की फाइल एग्जिस्ट नहीं करती और अगर उस फाइल में रीड मोड से ओपन करना चाहना तो एरर मैसेज है। लेकिन अगर मैं abc.txt फाइल में कुछ चेंजेस करना चाहता हूँ उस फाइल में, लेकिन फाइल एग्जिस्ट ही नहीं करती, दैट मीन्स मैं ओपन विद इन ब्रैकेट लिखूंगा abc.txt कोमा ए। अगर वो फाइल एग्जिस्ट नहीं करती तो अपेंड मोड की करेगा abc.txt नाम की फाइल क्रिएट कर। डिफरेंस है रीड एंड अपेंड। तीसरा पॉइंट है राइट। ओपन से फाइल फॉर राइटिंग। ਹੁਣ ਤੁਹਾਡੇ ਦਿਮਾਗ 'ਚ क्वेश्चन जरूर आता होगा भी रीड एंड राइट दो सेपरेट ऑपरेशंस क्यों है। रीड एंड राइट अलग अलग चीजें हैं। while we are talking about computers ਦੇ ਕੰਟੈਕਸਟ ਵਿੱਚ ਜਦੋਂ ਵੀ ਅਸੀਂ ਗੱਲ ਕਰਦੇ ਹਾਂ रीड एंड राइट हमेशा अलग अलग चीज है। अगर ਤੁਹਾਡੇ ਕੋਲ ਕੋਈ ऐसी पीडीएफ फाइल अवेलेबल है ਜਾਂ ਤੁਹਾਡੇ ਕੋਲ ਕੋਈ ऐसी प्रेजेंटेशन अवेलेबल है या और मैं एग्जांपल दे दूंगा देखो तो फिल्म देखते हो, कभी मूवी देखते हो या वीडियोस देखते हो तो उस वीडियो में चेंजेस थोड़ी कर सकते हो। यू कैन ओनली व्यू दैट, उसਨੂੰ देख सकते हो, यू कैन से रीड कर सकते हो। See, अपना अगर मैं कहूँ कोई टीवी ਤੇ कोई सीरियल आ रहा है उस सीरियल से ਤੁਸੀਂ अपनी फोटो थोड़ी ऐड कर सकते हो या उस सीरियल ਦੇ एक एक्टर ਨੂੰ हटा के अपना थोड़ी ऐड कर सकते हो। नॉर्मली चलो आजकल कुछ टेक्नोलॉजीज आ गई हैं जिस ਨਾਲ ਅਸੀਂ कुछ चेंजेस कर सकते हैं बट अदरवाइज वो जो प्रोग्राम्स है वो रीड मोड ਤੇ ਪਿੱਛੇ ਕਿ ਜਿਹੜਾ ਐਪ ਬੜਾ ਕਾਮਨ ਚੱਲਦਾ ਸੀ ਜਿਹੜਾ ਗਵਰਨਮੈਂਟ ਨੇ ਬੈਨ ਕਰਤਾ ਟਿਕਟੌਕ ਐਪ ਜਦੋਂ ਚੱਲਦਾ ਹੁੰਦਾ ਸੀ ਤੁਸੀਂ ਆਪਣੇ ਨਾਮ ਦੇ ਵੀਡੀਓ ਬਣਾਦੇ ਸੀ ਉਹ ਰੀਡ ਐਂਡ ਰਾਈਟ ਹੋ ਗਿਆ। ਜਿਹੜਾ ਤੁਸੀਂ ਆਪਣਾ ਕ੍ਰੀਏਟ ਕਰ ਰਹੇ ਹੋ ਕੋਈ ਵੀ ਤੁਸੀਂ ਆਪਣੇ ਨਾਮ ਦਾ ਹੁਣ ਵੀ ਕਈ ਮਾਰਕੀਟ 'ਚ ਐਪਸ ਚੱਲਦੇ ਪਏ ਵੀਡੀਓ ਕ੍ਰੀਏਸ਼ਨ ਦੇ ਜਾਂ ਈਵਨ ਇੰਸਟਾਗ੍ਰਾਮ ਤੇ ਰੀਲਸ ਚੱਲਦਾ ਤੁਸੀਂ ਉੱਥੇ ਆਪਣੀ ਵੀਡੀਓਜ਼ ਬਣਾ ਕੇ ਅਪਲੋਡ ਕਰ
that is both writing, ਤੁਸੀਂ ਉਹ ਬਣਾਇਆ ਵੀਡੀਓ ਰਾਈਟ ਕੀਤਾ ਤੇ ਜਿਹੜੇ ਵਿਊਅਰਸ ਹੈ ਉਹਨਾਂ ਨੇ ਉਸ ਨੂੰ ਦੇਖਿਆ, ਉਹ ਰੀਡ ਕਰਦੇ। ਜਿਹੜਾ ਦੂਸਰਾ ਵਿਊਅਰ ਹੈ, ਮੰਨ ਲਓ ਤੁਸੀਂ ਕੋਈ ਵੀਡੀਓ ਬਣਾ ਕੇ ਅਪਲੋਡ ਕਰਦੇ ਹੋ, ਮੈਂ ਉਸ ਵੀਡੀਓ ਨੂੰ ਦੇਖਦਾ ਪਿਆ, ਮੈਂ ਉਸ ਨੂੰ ਰੀਡ ਕਰ ਰਿਹਾ, ਮੈਂ ਨਹੀਂ ਉਸ ਨੂੰ ਰਾਈਟ ਕਰ। ਰਾਈਟ ਕੌਣ ਕਰਦਾ ਹੈ? ਜਿਹੜਾ ਉਸ ਵੀਡੀਓ ਨੂੰ ਕ੍ਰੀਏਟ ਕਰਦਾ। This is the difference between a read and write. Python ਦੇ ਵਿੱਚ read and write ਦੇ ਵਿੱਚ ਇਹ basically difference ਹੁੰਦਾ ਹੈ। Yeah, even not in Python, in every programming language, there's a difference between read and write. Write operations opens a file for writing, creates the file, same ਜਿਸ ਤਰ੍ਹਾਂ append ਦੇ ਵਿੱਚ ਸੀਗਾ, it will create the file if file doesn't exist. और X option का पर्पस ही है creating a file, it creates a specified file। और अगर मान लो abc.txt नाम की फाइल क्रिएट कर रहे हैं, लेकिन उस नाम की फाइल ऑलरेडी एग्जिस्ट कर चुकी है, तो ये एरर जनरेट करेगा दैट दिस नेम ऑलरेडी द फाइल विद दिस नेम ऑलरेडी एग्जिस्ट। अगर नहीं एग्जिस्ट कर दी तो है नवी फाइल। और दो होर ऑप्शंस ਅਸੀਂ ਨਾਲ यूज करते हैं, one is your text, that is default mode, text mode, binary is mode के लिए यूज होता है, that is normally used for the thing। so ਇਹ ਜਿਹੜੇ file handling system ਦੇ ਵਿੱਚ open function that are related modes है, 4 regular modes है, 2 additional modes है। ਅਸੀਂ ਕੱਲ ਵੀ ਇਹੀ ਮੋਡ ਡਿਸਕਸ ਕੀਤੀਆਂ ਸੀ, ਮੈਂ ਅੱਜ ਵੀ ਇਹੀ ਮੋਡ ਹੀ ਡਿਸਕਸ ਕਰ ਰਿਹਾ। ਫਾਈਲ ਹੈਂਡਲਿੰਗ ਦੇ ਵਿੱਚ ਫਸਟ ਥਿੰਗ that you need to mention is the name of the file, and second किस मोड ਦੇ ਵਿੱਚ ਤੁਸੀਂ ਉਸ ਫਾਈਲ ਨੂੰ ਓਪਨ ਅਪ ਕਰਨਾ ਚਾਹੁੰਦੇ ਹੋ। 4 ਮੋਡਸ ਹੈ, 2 ਮੋਡਸ ਹੈ, ਤੁਸੀਂ ਇਹਨਾਂ 6 ਦੇ ਵਿੱਚੋਂ ਕਿਸੇ ਵੀ ਮੋਡ ਦੇ ਵਿੱਚ ਆਪਣੀ ਫਾਈਲ ਨੂੰ ਓਪਨ ਕਰ। ਉਹੀ ਹੈ ਓਪਨ ਫੰਕਸ਼ਨ, ਡਿਫਰੈਂਟ ਮੋਡਸ, ਟੈਕਸਟ ਐਂਡ ਬਾਈਨਰੀ। और कल ਅਸੀਂ ਇਸ ਕੰਟੈਕਸਟ ਦੇ ਵਿੱਚ ਇੱਕ ਐਗਜ਼ਾਮਪਲ ਵੀ ਕੀਤੀ ਸੀ। ਨਾਓ ਕਮਿੰਗ ਟੂ ਨੈਕਸਟ ਪੁਆਇੰਟ, ਇੱਕ ਮੈਂ ਹੋਰ ਚੀਜ਼ ਤੁਹਾਡੇ ਨਾਲ ਇਸ ਕੰਟੈਕਸਟ ਦੇ ਵਿੱਚ ਡਿਸਕਸ ਕਰਨਾ ਚਾਹੁੰਦਾ ਹਾਂ, ਫਾਈਲ ਹੈਂਡਲਿੰਗ ਦੇ ਕੰਟੈਕਸਟ ਦੇ ਵਿੱਚ। f is an object, ਇਹ ਇੱਕ ਆਬਜੈਕਟ ਬਣੇਗਾ। ਅਸੀਂ ਕੱਲ ਇਹਨੂੰ ਨਾਮ ਫਾਈਲ ਲਿਖ ਰਹੇ ਸੀ, ਜਿੱਦਾਂ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਫਾਈਲ ਇਜ਼ ਇਕੁਅਲ ਟੂ ਓਪਨ abc.txt, ਇਹਦਾ ਨਾਮ ਫਾਈਲ ਰੱਖ ਲਓ, ਇਹਦਾ ਨਾਮ f1 ਰੱਖ ਲਓ, ਇਹਦਾ ਨਾਮ a ਰੱਖ ਲਓ, ਜੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ। ਦਿਸ ਇਜ਼ ਐਨ ਆਬਜੈਕਟ, ਇੱਕ ਆਬਜੈਕਟ ਕ੍ਰੀਏਟ ਹੋਏਗਾ। ਸਿੰਟੈਕਸ ਦੇ ਵਿੱਚ ਇਹ ਫਾਈਲ ਦਾ ਨਾਮ ਹੈ, ਇਹ ਮੋਡ। f is equal to open demo file dot। ਇਸ ਕੇਸ ਦੇ ਵਿੱਚ ਅਸੀਂ ਮੋਡ ਨਹੀਂ ਲਿਖਿਆ, ਜਦਕਿ ਅਗਰ ਪਿਛਲੀ ਸਲਾਈਡ ਤੇ ਜਾਓਗੇ f is equal to open abc.txt comma, ਇਸ ਕੇਸ ਦੇ ਵਿੱਚ ਮੋਡ ਲਿਖਿਆ। ਇਹਦੇ ਵਿੱਚ ਅਗਰ ਮੋਡ ਨਹੀਂ ਲਿਖਿਆ, ਅਗਰ ਕੋਈ ਮੋਡ ਨਹੀਂ ਲਿਖਿਆ, ਬਾਈ ਡਿਫਾਲਟ ਫਾਈਲ ਨੇ ਰੀਡ ਮੋਡ ਦੇ ਵਿੱਚ ਓਪਨ ਹੋਣਾ ਹੈ। ਇਸ ਪੁਆਇੰਟ ਨੂੰ ਆਪਣੇ ਦਿਮਾਗ 'ਚ ਬਾਰ-ਬਾਰ ਬਿਠਾ ਲਿਓ। अगर कोई मोड मेंशन नहीं है, then file will open in read mode, and this is equivalent to आ जड़ी statement है, a equivalent है array। f is equal to open within quotes demo file dot text quotes close comma quote start r quotes close। दोनों फाइल्स सेम। now let's take one important point, make sure file exists or else error। ਕਹਿੰਦੇ ਡੈਮੋ file.txt ਫਾਈਲ ਤੁਹਾਡੇ ਕੰਪਿਊਟਰ ਦੇ ਵਿੱਚ, ਤੁਹਾਡੇ ਪੀਸੀ ਦੇ ਵਿੱਚ ਐਗਜ਼ਿਸਟ ਕਰਨੀ ਚਾਹੀਦੀ ਹੈ। ਅਗਰ ਨਹੀਂ ਐਗਜ਼ਿਸਟ ਕਰੇਗੀ ਤਾਂ ਇਸ ਮੋਡ ਦੇ ਵਿੱਚ, ਰੀਡ ਮੋਡ ਦੇ ਵਿੱਚ ਇਟ ਵਿਲ ਜਨਰੇਟ ਐਨ ਐਰਰ। ਸੋ ਇਹ ਸਟੇਟਮੈਂਟ ਔਰ ਇਹ ਸਟੇਟਮੈਂਟ, both the statements are equivalent। ਅਗਰ ਤੁਸੀਂ ਫਾਈਲ ਰੀਡ ਮੋਡ 'ਚ ਓਪਨ ਅਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੀਡ ਮੋਡ ਨੂੰ ਮੈਂਸ਼ਨ ਕਰੋ, ਤੁਸੀਂ ਰੀਡ ਮੋਡ ਨੂੰ ਮੈਂਸ਼ਨ ਨਾ ਕਰੋ, there is no issue।
Second point, creating a file using write mode. Write mode ਦੇ ਵਿੱਚ ਅਸੀਂ ਫਾਈਲ ਨੂੰ ਕਿੱਦਾਂ ਓਪਨ ਅਪ ਕਰ ਸਕਦੇ ਹਾਂ? Look at this, मैंने इसमें कुछ चेंजेस करना है। होना थोड़ा क्लियर हो जाएगा। लो राइट मोड से अगर असं फाइल ओपन अप करना है, मैं इसको सेव करना, now I'll give this thing फाइल और इसको जो भी ऑब्जेक्ट का नाम है ओपन, फाइल का नाम डब। ਹੁਣ ਜਦੋਂ ਤੁਸੀਂ ਰਾਈਟ ਕਰਨਾ ਕੀ ਲਿਖਣਾ ਚਾਹੁੰਦੇ ਹੋ, what you want to do, this is the first line, अगली लाइन में लिखना है this is the second line। लेकिन जो ਤੁਸੀਂ ਲਿਖੋਗੇ ਨਾ ਇਹਨੇ ਲਗਾਤਾਰ ਇਕੱਠਾ ਹੀ ਆ ਜਾਣਾ। ਇਸ ਚੀਜ਼ ਨੂੰ ਕਰਨ ਲਈ ਨਾ ਕਿ ਇਸ ਚੇਂਜ ਨੂੰ ਕਰਨ ਲਈ, ਠੀਕ ਕਰਨ ਲਈ what we basically do, ਇਸ ਤੋਂ ਬਾਅਦ ਅਸੀਂ ਨਾ /n ਪਾ ਦੇਣਾ, ਛੋਟਾ ਪਾਣਾ ਹੈ ਵੱਡਾ ਨਹੀਂ। escape sequence पाओगे तो एक लाइन चाहेगा और दूसरी लाइन। और स्टार्ट ਵਿੱਚ ਅਸੀਂ ਗੱਲ ਕੀਤੀ ਸੀ जैसे कोई भी फाइल ओपन अप करते हैं तो उस पर्टिकुलर फाइल ਨੂੰ क्लोज करना जरूरी है। फाइल ओपन जो लिखना सी लिखता, उसके बाद फाइल क्लोज। जो भी फाइल ਅਸੀਂ ओपन अप करेंगे उस पर्टिकुलर फाइल ਨੂੰ क्लोज करना जरूरी है। ईच एंड एवरी ओपन फाइल must be closed। अगर ਤੁਸੀਂ क्लोज नहीं करोगे वो फाइल भावें यूज नहीं है, उस सिस्टम के रिसोर्सेस को कंज्यूम करी जाएगी। सो इट्स ऑलवेज प्रेफर्ड ਜਿਹੜੀ ਵੀ ਫਾਈਲ क्लोज ਕੀਤੀ ਹੈ, ओपन ਕੀਤੀ ਹੈ, ਉਸ ਤੋਂ ਬਾਅਦ इसको क्लोज। ਸੋ ਦਿਸ ਇਜ਼ ਦਾ ਵੇ। ਮੈਂ ਪਹਿਲਾਂ ਤੁਹਾਡਾ ਓਪਨ ਸੀ ਰੀਡ ਮੋਡ ਦੇ ਵਿੱਚ, ਹੁਣ ਮੈਂ ਓਪਨ ਕਰ ਰਿਹਾ ਤੁਹਾਨੂੰ ਰਾਈਟ ਮੋਡ ਤੇ ਕਿਸ ਵੇ ਨਾਲ ਰਾਈਟ ਮੋਡ ਦੇ ਵਿੱਚ ਅਸੀਂ ਫਾਈਲ ਨੂੰ ਓਪਨ ਅਪ ਕਰਨਾ ਹੈ। और अगर इस ਤੁਸੀਂ प्रोग्राम ਨੂੰ ਰਨ ਕਰੋਗੇ, ਤੁਹਾਡਾ प्रोग्राम ਰਨ ਕਰੇਗਾ। ਤੁਸੀਂ ਭਾਵੇਂ 2 ਲਾਈਨਸ ਲਿਖੋ, ਤੁਸੀਂ ਭਾਵੇਂ 4 ਲਾਈਨਸ ਲਿਖੋ, ਤੁਸੀਂ ਭਾਵੇਂ 10 ਲਾਈਨਸ ਲਿਖੋ, ਉਸ ਫਾਈਲ ਦੇ ਵਿੱਚ ਜੋ ਕੰਟੈਂਟਸ ਲਿਖਣਾ ਚਾਹੁੰਦੇ ਹੋ। ਮੈਂ ਤਾਂ ਇੱਕ ਐਗਜ਼ਾਮਪਲ ਲਿਖੀ। ਇਸ ਐਗਜ਼ਾਮਪਲ ਦਾ ਮਤਲਬ ਇਹੀ ਨਹੀਂ ਹੈ ਵੀ ਤੁਸੀਂ ਇਹੀ ਲਿਖਣਾ ਦਿਸ ਇਜ਼ ਦਾ ਫਰਸਟ ਲਾਈਨ, ਦਿਸ ਇਜ਼ ਦਾ ਸੈਕੰਡ ਲਾਈਨ। ਇਹਦਾ ਮਤਲਬ ਹੈ ਤੁਸੀਂ ਜੋ ਮਰਜ਼ੀ ਆਪਣੇ ਪੈਰਾਗ੍ਰਾਫ ਲਿਖਣਾ ਚਾਹੁੰਦੇ ਹੋ, ਜੋ ਮਰਜ਼ੀ ਲਿਖਣਾ ਚਾਹੁੰਦੇ ਹੋ, ਤੁਸੀਂ ਇਸ ਫਾइल ਦੇ ਵਿੱਚ ਉਹ ਲਿਖ। सो विद दिस मैं आज का अपना लेक्चर इतने कंप्लीट करता है। कल मैं अगेन फाइल और फाइल दे जो डिफरेंट हैंडलिंग दे डिफरेंट ऑपरेशंस है उसको कंटिन्यू करूंगा। थैंक यू फॉर टुडे।